Hello everyone, this is Sakshi Agarwal from Malerkotla. I welcome you all on Mehnati Bache. I hope you all are doing well. So ਅੱਜ ਇਸ ਵੀਡੀਓ ਦੇ ਵਿੱਚ ਆਪਾਂ ਦਸੰਬਰ 2020 ਦੇ ਕਰੰਟ ਅਫੇਅਰਸ ਡਿਸਕਸ ਕਰਾਂਗੇ। ਪਾਰਟ 3 ਹੈ। ਇਸ ਤੋਂ ਪਹਿਲਾਂ ਦੋ ਪਾਰਟਸ ਅਪਲੋਡ ਹੋ ਚੁੱਕੇ ਨੇ ਤੇ ਨਾਲ ਹੀ ਨਵੰਬਰ 2020 ਦੇ ਕਰੰਟ ਅਫੇਅਰਸ ਵੀ ਅਪਲੋਡ ਕੀਤੇ ਹੋਏ ਨੇ, ਸੋ ਤੁਸੀਂ ਉਹ ਵੀਡੀਓਜ਼ ਨੂੰ ਵੀ ਦੇਖ ਸਕਦੇ ਹੋ। ਇਸ ਤੋਂ ਇਲਾਵਾ ਚੈਨਲ ਤੇ ਤੁਹਾਨੂੰ ਡਿਫਰੈਂਟ ਸਬਜੈਕਟਸ ਨਾਲ ਰਿਲੇਟਡ ਮਟੀਰੀਅਲ ਮਿਲ ਜੂਗਾ, ਸੋ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਇਹ ਦੇਖ ਸਕਦੇ ਹੋ। ਜਿਹੜੇ ਵੀ ਸਟੂਡੈਂਟਸ ਚੈਨਲ ਉੱਪਰ ਨਿਊ ਹੈ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਰਿਸੀਵ ਹੁੰਦੀ ਰਹੇ। ਸੋ ਸਟਾਰਟ ਕਰਦੇ ਹਾਂ ਅੱਜ ਦੀ ਡਿਸਕਸ਼ਨ। ਸਭ ਤੋਂ ਪਹਿਲਾ ਕਰੰਟ ਅਫੇਅਰ ਹੈ ਰਿਗਾਰਡਿੰਗ ਲਕਸ਼ਦ੍ਵੀਪ। ਲਕਸ਼ਦ੍ਵੀਪ ਨੂੰ 100% ਆਰਗੈਨਿਕ ਯੂਨੀਅਨ ਟੈਰੀਟਰੀ ਡਿਕਲੇਅਰ ਕੀਤਾ ਗਿਆ। ਓਕੇ, ਸੋ ਲਕਸ਼ਦ੍ਵੀਪ ਨੂੰ ਡਿਕਲੇਅਰ ਕੀਤਾ ਗਿਆ ਐਜ਼ ਆਰਗੈਨਿਕ ਐਗਰੀਕਲਚਰ ਏਰੀਆ ਤੇ ਕਿਹਨਾਂ ਨੇ ਕੀਤਾ ਹੈ? ਮਿਨਿਸਟਰੀ ਆਫ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ। ਕਈ ਵਾਰ ਕੀ ਹੁੰਦਾ ਹੈ, ਐਂ ਕੁਐਸਚਨ ਪੁੱਛ ਲੈਂਦੇ ਕਿ ਰੀਸੈਂਟਲੀ ਲਕਸ਼ਦ੍ਵੀਪ ਨੂੰ 100% ਆਰਗੈਨਿਕ ਡਿਕਲੇਅਰ ਕੀਤਾ ਗਿਆ, ਕਿਹੜੀ ਮਿਨਿਸਟਰੀ ਨੇ ਕੀਤਾ? ਓਕੇ, ਸੋ ਮਿਨਿਸਟਰੀ ਦਾ ਵੀ ਥੋੜਾ ਜਿਹਾ ਧਿਆਨ 'ਚ ਰੱਖਿਆ ਕਰੋ ਕਿ ਕਿਹਨਾਂ ਨੇ ਕੀਤਾ ਹੈ। ਮਿਨਿਸਟਰੀ ਆਫ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ। ਓਕੇ, ਫਿਰ ਜਿਹੜੀ ਇਹ ਯੂਟੀ ਹੈ ਇਹ ਸੈਕਿੰਡ ਬਣ ਗਈ ਆਫਟਰ ਸਿੱਕਿਮ ਟੂ ਅਚੀਵ ਦਾ ਸਟੇਟਸ ਆਫ 100% ਆਰਗੈਨਿਕ ਰੀਜਨ। ਮਤਲਬ ਸਿੱਕਿਮ ਜਿਹੜੀ ਸਟੇਟ ਹੈ ਉਹਨੂੰ ਵੀ ਆਰਗੈਨਿਕ ਡਿਕਲੇਅਰ ਕੀਤਾ ਹੋਇਆ ਤੇ ਯੂਨੀਅਨ ਟੈਰੀਟਰੀ ਕਿਹੜੀ ਹੈ? ਲਕਸ਼ਦ੍ਵੀਪ। ਓਕੇ, it is first union territory of India to achieve the status. The entire 32 square kilometer area of union territory has been certified as organic under the union government's Paramparagat Krishi Vikas Yojana. Okay, so ਇਹਦੇ ਅੰਡਰ ਇਹਨੂੰ ਡਿਕਲੇਅਰ ਕੀਤਾ ਗਿਆ ਹੈ। Then Lakshadweep has been separated from the main stream India geographically. There has been no shipment of chemical fertilizer to the island group for the last 15 years. ਇੱਥੇ ਕੋਈ ਵੀ shipment ਨਹੀਂ ਹੋਈ chemical fertilizer ਦੀ ਪਿਛਲੇ 15 ਸਾਲਾਂ ਤੋਂ। ਓਕੇ, ਤੇ ਇਹ ਥੋੜਾ ਸੈਪਰੇਟਡ ਹੈ ਅਗਰ ਆਪਾਂ ਇੰਡੀਆ ਤੋਂ ਜੋਗ੍ਰਾਫਿਕਲੀ ਵੀ ਦੇਖੀਏ। ਦ ਯੂਨੀਅਨ ਟੈਰੀਟਰੀ ਐਡਮਿਨਿਸਟ੍ਰੇਸ਼ਨ ਹੈਜ਼ ਬੀਨ ਪ੍ਰੈਕਟਿਸਿੰਗ ਫਾਰਮਿੰਗ ਓਨਲੀ ਯੂਜ਼ਿੰਗ ਇਨਪੁਟ ਲਾਈਕ ਕੰਪੋਸਟ, ਪੋਲਟਰੀ ਮੈਨਿਓਰ, ਦੈਨ ਗ੍ਰੀਨ ਲੀਫ ਮੈਨਿਓਰ। ਦ ਯੂਟੀ ਹੈਜ਼ ਨਾਟ ਮੇਡ ਐਨੀ ਐਕਸਪੈਂਡੀਚਰ ਫॉर ਪ੍ਰੋਕਿਉਰਮੈਂਟ ਆਫ ਕੈਮੀਕਲਸ। ਓਕੇ, ਇਹ ਕਾਫੀ ਇੰਪੋਰਟੈਂਟ ਕਰੰਟ ਅਫੇਅਰ ਹੈ, ਸੋ ਇਹਨੂੰ ਧਿਆਨ 'ਚ ਰੱਖਿਓ ਬਿਕੋਜ਼ ਅਗਰ ਤੁਸੀਂ ਦੇਖਿਆ ਹੋਵੇ ਸਿੱਕਿਮ 'ਤੇ ਵੀ ਬਹੁਤ ਵਾਰ ਕੁਐਸਚਨ ਆਇਆ ਸੀ ਡਿਫਰੈਂਟ ਐਗਜ਼ਾਮਸ ਦੇ ਵਿੱਚ ਜਦੋਂ ਉਹਨੂੰ ਆਰਗੈਨਿਕ ਡਿਕਲੇਅਰ ਕੀਤਾ ਗਿਆ ਸੀ। ਸੋ ਲਕਸ਼ਦ੍ਵੀਪ ਦੇ ਉੱਪਰ ਵੀ ਕੁਐਸਚਨ ਆ ਸਕਦਾ ਹੈ। ਓਕੇ, then so second current affair है regarding India and Bangladesh। ओके, क्यों न्यूज़ 'ਚ बिकॉज ਇਹ ਸਵਾਧੀਨਤਾ ਸੜਕ ਨੂੰ ਓਪਨ ਕਰਨ ਜਾ ਰਹੇ ਨੇ। ਪਹਿਲੀ ਗੱਲ ਤਾਂ ਇਹ ਯਾਦ ਰੱਖਣਾ ਹੈ, ਠੀਕ ਹੈ। ਪੁੱਛ ਸਕਦੇ ਕਿ ਇੰਡੀਆ ਕਿਹੜੀ ਕੰਟਰੀ ਨਾਲ ਮਿਲ ਕੇ ਸਵਾਧੀਨਤਾ ਸੜਕ ਓਪਨ ਕਰ ਰਹੇ ਨੇ? ਓਕੇ, ਬਾਂਗਲਾਦੇਸ਼। ਉਹ ਤੋਂ ਬਾਅਦ ਸੈਕਿੰਡ ਇਹ ਵੀ ਯਾਦ ਰੱਖਣਾ ਹੈ ਕਿ ਇਹ ਦੋਨੋਂ ਕੰਟਰੀਜ਼ ਮਿਲ ਕੇ ਚਿਲਹਾਤੀ ਹਲਦੀਬਰੀ ਰੇਲ ਲਿੰਕ ਨੂੰ ਵੀ ਓਪਨ ਕਰਨ ਜਾ ਰਹੇ ਨੇ। ਓਕੇ, ਇਹ ਦੋਨੋਂ ਨਾਮ ਤੁਸੀਂ ਯਾਦ ਰੱਖਿਓ, ਕਈ ਵਾਰ ਪੇਪਰ 'ਚ ਕੁਐਸਚਨ ਪੁੱਛਿਆ ਜਾਂਦਾ ਇਹਨਾਂ ਉੱਪਰ। ਦੈਨ ਥਰਡ ਕਰੰਟ ਅਫੇਅਰ ਹੈ ਰਿਗਾਰਡਿੰਗ ਪਬਲਿਕ ਵਾਈਫਾਈ ਨੈਟਵਰਕਸ ਜਿਹਨੂੰ ਕੀ ਬੋਲਦੇ ਆ PM ਵਾਨੀ। Union Cabinet approved the proposal to set up public Wi-Fi spots all over the country. Union Cabinet chaired by Prime Minister Mr. Narendra Modi recently approved the setting up of Wi-Fi networks all over India. Public Wi-Fi access network interface ਨੂੰ ਕੀ ਬੋਲਾਂਗੇ? PM ਵਾਨੀ। ਕਿ ਜਿਹੜੇ ਪਬਲਿਕਲੀ ਵਾਈਫਾਈ ਹੌਟਸਪੌਟ ਲੱਗ ਰਹੇ ਨੇ ਪੂਰੇ ਕੰਟਰੀ ਦੇ ਵਿੱਚ ਉਹਨੂੰ ਹੀ ਆਪਾਂ PM ਵਾਨੀ ਬੋਲਾਂਗੇ। ਕਈ ਵਾਰ ਕੀ ਹੁੰਦਾ ਪੇਪਰ 'ਚ ਡਾਇਰੈਕਟਲੀ ਪੁੱਛ ਲੈਣਗੇ ਕਿ PM ਵਾਨੀ ਰੀਸੈਂਟਲੀ ਨਿਊਜ਼ ਸੀ, ਸੋ ਇਹ ਕੀ ਚੀਜ਼ ਹੈ? ਓਕੇ, PM ਵਾਨੀ ਵਿਲ ਪ੍ਰਮੋਟ ਦ ਗਰੋਥ ਆਫ ਵਾਈਫਾਈ ਨੈਟਵਰਕਸ ਇਨ ਦ ਕੰਟਰੀ। ਦਿਸ ਇਜ਼ ਐਕਸਪੈਕਟਡ ਟੂ ਅਨਲੈਸ਼ ਅ ਮੈਸਿਵ ਵਾਈਫਾਈ ਰੈਵੋਲਿਊਸ਼ਨ ਇਨ ਦ ਕੰਟਰੀ। ਇਹਨਾਂ ਨਾਲ ਬਹੁਤ ਜ਼ਿਆਦਾ ਇਹਨਾਂ ਲਈ ਇੱਕ ਮੈਸਿਵ ਰੈਵੋਲਿਊਸ਼ਨ ਆਊਗੀ ਵਾਈਫਾਈ ਦੀ ਇੰਡੀਆ ਦੇ ਵਿੱਚ। ਦਿਸ ਇਜ਼ ਵੈਰੀ ਮਚ ਸਿਮਿਲਰ to that of PCO model। Okay, means public call office model ਦੀ ਤਰ੍ਹਾਂ ਹੀ ਹੋਊਗਾ ਇਹ। Around 1 crore data centers are to be set up to launch the massive Wi-Fi network। ਇਹਦੇ ਵਿੱਚ 1 crore centers ਨੂੰ set up ਕੀਤਾ ਜਾਊ Wi-Fi networking ਦੇ ਲਈ। There will be no registration fee, no license fee to set up Wi-Fi network or the data centers। Okay, the public Wi-Fi networks are to be set up by public data office aggregators. The public Wi-Fi services are to be provided through public data offices. It will promote the growth of public Wi-Fi network in the country. This will in turn help in proliferation of broadband internet, employment, enhancement of income and empowerment। So ਇਹ ਬਹੁਤ ਹੀ ਅੱਛੀ ਗੱਲ ਹੈ। ਓਕੇ, ਸੋ ਫੋਰਥ ਕਰੰਟ ਅਫੇਅਰ ਹੈ ਨੋਕੀਆ ਸਟਾਰਟ ਕਰਨ ਜਾ ਰਿਹਾ ਆਪਣੀ ਪ੍ਰੋਡਕਸ਼ਨ ਨੈਕਸਟ ਜਨਰੇਸ਼ਨ 5G ਇਕਵਿਪਮੈਂਟ ਦੀ ਇੰਡੀਆ ਦੇ ਵਿੱਚ। ਤੇ ਨੋਕੀਆ ਸੀ ਫਸਟ ਕੰਪਨੀ ਹੈ ਜਿਹੜੀ ਇੰਡੀਆ ਦੇ ਵਿੱਚ 5G NR ਨੂੰ ਮੈਨੂਫੈਕਚਰ ਕਰੇਗੀ। 5G NR ਕੀ ਹੈ? 5G ਨਿਊ ਰੇਡੀਓ।
It is a new radio access technology developed for the fifth generation mobile network. It was designed to the standard for the interface of 5G networks ਦੇ ਲਈ ਇਹਨੂੰ design ਕੀਤਾ ਗਿਆ ਹੈ. The 5G new radio is a recent development in telecommunication system and has been designed to become the benchmark for the air interface of 5G network. Okay, ਇਹਦੇ ਨਾਲ ਹੀ ਹੈ, sorry, ਇੱਥੇ enter press ਹੋਇਆ ਹੈ. Then the study regarding the 5G NR commenced in 2015 and is now adopted by leading telecommunication companies like Nokia, Ericsson, etc. The 5G NR provides significant enhancements in like better operation flexibility, scalability, efficiency, both in terms of power usage and spectrum. The new technology can provide high bandwidth communication like streaming very high quality video as well as low latency communications like remote control, vehicle communication, machinery control. बस मेन तुसीं ਇਹ याद रखना है कि इंडिया ਦੇ ਵਿੱਚ 5G ਇਕਵਿਪਮੈਂਟ ਦੀ ਸਭ ਤੋਂ ਪਹਿਲਾਂ ਕੌਣ ਪ੍ਰੋਡਕਸ਼ਨ ਸਟਾਰਟ ਕਰਨ ਜਾ ਰਹੀ ਹੈ? ਨੋਕੀਆ. ਓਕੇ, ਸੋ ਇਹ ਚੀਜ਼ ਯਾਦ ਰੱਖਿਓ ਇਹਦੇ ਵਿੱਚ, ਬਾਕੀ ਤਾਂ ज़्यादा ही डिटेल दी हुई है, यदि अपन इन्नी जरूरत नहीं है. ओके, मेन तुसी नोकिया का नाम याद रखना है. दैन फिफ्थ देखो, फिफ्थ हैगा रिगार्डिंग अर्बन गवर्नेंस इंडेक्स. प्रजा फाउंडेशन ने रिलीज़ किया है अर्बन गवर्नेंस इंडेक्स. इन याद रखियो नाम कि किने रिलीज़ किया है वाला इंडेक्स? प्रजा फाउंडेशन ने. ओके, ਇਹਦੇ ਵਿੱਚ ਅਗਰ ਆਪਾਂ ਟੌਪ ਦੀ ਗੱਲ ਕਰੀਏ ਤਾਂ ਓਡੀਸ਼ਾ ਨੇ ਟੌਪ ਕੀਤਾ ਸਟੇਟਸ ਦੇ ਵਿੱਚੋਂ. ਓਕੇ, ਤੇ ਮਨੀਪੁਰ ਤੇ ਨਾਗਾਲੈਂਡ ਹੈ ਜਿਹੜੀਆਂ ਬਾਟਮ 'ਚ ਰਹੀਆਂ. ਸੋ ਟੌਪ ਕਿਹਨੇ ਕੀਤਾ? ਓਡੀਸ਼ਾ ਨੇ. ਅਕੋਰਡਿੰਗ ਟੂ ਅਰਬਨ ਗਵਰਨੈਂਸ ਇੰਡੈਕਸ ਓਡੀਸ਼ਾ ਵਾਸ ਫੋਲੋਡ ਬਾਈ ਮਹਾਰਾਸ਼ਟਰ ਐਂਡ ਛੱਤੀਸਗੜ੍ਹ. ਸੈਕਿੰਡ ਰੈਂਕ ਹੈ ਮਹਾਰਾਸ਼ਟਰ ਦਾ, ਥਰਡ ਰੈਂਕ ਹੈ ਛੱਤੀਸਗੜ੍ਹ ਦਾ. ਓਕੇ, ਸਟੇਟਸ ਨੂੰ ਮਾਰਕ ਕੀਤਾ ਗਿਆ 0 ਤੋਂ 100 ਬੇਸਿਸ ਦੇ ਉੱਪਰ. ਕਿਹੜੇ ਕਿਹੜੇ ਥੀਮਸ ਦੇ ਉੱਪਰ? ਇੰਪਾਵਰਡ ਸਿਟੀ ਐਡਮਿਨਿਸਟ੍ਰੇਸ਼ਨ, ਇਲੈਕਟਿਡ ਰਿਪਰੈਜ਼ੈਂਟੇਟਿਵਸ, ਲੈਗਿਸਲੇਟਿਵ ਸਟਰਕਚਰ ਐਂਡ ਇੰਪਾਵਰਡ ਸਿਟੀਜ਼ਨ ਐਂਡ ਫਿਜ਼ੀਕਲ ਇੰਪਾਵਰਮੈਂਟ. ਸੋ ਇਹਦੇ ਵਿੱਚ ਤੁਸੀਂ ਮੇਨ ਚੀਜ਼ ਕੀ ਯਾਦ ਰੱਖਣੀ ਹੈ? ਪਹਿਲੀ ਗੱਲ, ਅਰਬਨ ਗਵਰਨੈਂਸ ਇੰਡੈਕਸ ਕੌਣ ਰਿਲੀਜ਼ ਕਰਦਾ ਹੈ? ਪ੍ਰਜਾ ਫਾਊਂਡੇਸ਼ਨ. ਸੈਕਿੰਡ ਇੰਪੋਰਟੈਂਟ ਗੱਲ ਕੀ ਹੈ ਕਿ ਕਿਹੜੀ ਸਟੇਟ ਨੇ ਟੌਪ ਕੀਤਾ? ਓਡੀਸ਼ਾ ਨੇ. ਓਕੇ, ਦੈਨ ਸਿਕਸਥ ਕਰੰਟ ਅਫੇਅਰ ਹੈ ਰਿਗਾਰਡਿੰਗ ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ. ਸਭ ਤੋਂ ਪਹਿਲਾਂ ਹੁਣ ਇਹ ਵਾਲੇ ਇੰਡੈਕਸ 'ਚ ਵੀ ਕੀ ਯਾਦ ਰੱਖੋਗੇ ਕਿ ਇਹਨੂੰ ਰਿਲੀਜ਼ ਕਿਹਨੇ ਕੀਤਾ? ਸੋ ਇਹਨੂੰ ਰਿਲੀਜ਼ ਕੀਤਾ ਨਿਊ ਕਲਾਈਮੇਟ ਇੰਸਟੀਟਿਊਟ, ओके, जर्मन वॉच एंड कैन. तीन जाना ने मिलके किया है न्यू क्लाइमेट इंस्टीट्यूट, जर्मन वॉच एंड कैन मीनस क्लाइमेट एक्शन नेटवर्क. दैन ਜਿਹੜਾ ਇੰਡੈਕਸ ਹੈ ਉਹਨੇ ਰੇਟਿੰਗ ਕੀਤੀ ਹੈ 57 ਗ੍ਰੀਨ ਹਾਊਸ ਐਮੀਟਰਸ ਦੀ ਵਰਲਡ ਦੇ ਵਿੱਚ, ਜੋ ਕਿ ਗ੍ਰੀਨ ਹਾਊਸ ਗੈਸਿਸ ਫੈਲਾ ਰਹੀਆਂ ਨੇ ਸਿੰਸ 2005. These countries account to 90% of global emissions. The index aims to enable comparison of mitigation efforts, enhance transparency in international climate politics. India remained in top 10 in climate change performance index for second consecutive year. इंडिया का ਜਿਹੜਾ रैंक है टॉप 10 च आया है लगातार दूसरे साल. ओके, चाइना वन ऑफ द लार्जेस्ट contributors of greenhouse gases, रैंक 33rd. चाइना ਦਾ रैंक ਕਿੰਨਾ ਹੈ? in 2020 इंडिया slid a position to 10th. so 2020 ਦੇ ਵਿੱਚ ਇੰਡੀਆ ਦਾ ਰੈਂਕ ਕੀ ਆਇਆ? 10th. ਓਕੇ, ਤੇ ਇੰਡੀਆ 31st ਰੈਂਕ ਤੇ ਸੀਗਾ 2014 ਦੇ ਵਿੱਚ. ਦੈਨ ਸੋ 7th ਕਰੰਟ ਅਫੇਅਰ ਹੈ ਰਿਗਾਰਡਿੰਗ ਯੂਨੈਸਕੋ ਵਰਲਡ ਹੈਰੀਟੇਜ ਸਿਟੀ. ਮੱਧ ਪ੍ਰਦੇਸ਼ ਦੀਆਂ ਦੋ ਸਿਟੀਜ਼ ਹੈ, ਔਰਚਾ ਐਂਡ ਗਵਾਲੀਅਰ. ਓਕੇ, ਇਹਨਾਂ ਦੋਨਾਂ ਨੂੰ ਇਨਕਲੂਡ ਕੀਤਾ ਗਿਆ ਕਿਹਦੇ ਵਿੱਚ? ਯੂਨੈਸਕੋ ਵਰਲਡ ਹੈਰੀਟੇਜ ਸਿਟੀਜ਼ ਦੇ ਵਿੱਚ. ਅਗਰ ਆਪਾਂ ਸਭ ਤੋਂ ਪਹਿਲਾਂ ਔਰਚਾ ਸਿਟੀ ਬਾਰੇ ਪੜ੍ਹੀਏ, ਇਹ ਆਪਣੇ ਪੈਲੇਸਿਸ ਤੇ ਟੈਂਪਲਸ ਲਈ ਫੇਮਸ ਹੈ ਤੇ 16th ਸੈਂਚੁਰੀ ਦੇ ਵਿੱਚ ਇਹ ਬੁੰਦੇਲਾ ਕਿੰਗਡਮ ਦੀ ਕੈਪੀਟਲ ਵੀ ਰਹੀ ਹੈ. ਉਸ ਤੋਂ ਬਾਅਦ ਗਵਾਲੀਅਰ ਦੀ ਗੱਲ ਕਰੀਏ ਤਾਂ ਇਹ ਵੀ ਸਿਟੀਜ਼, ਇਹ ਜਿਹੜੀ ਸਿਟੀ ਹੈ ਉਹ ਆਪਣੇ ਟੈਂਪਲਸ ਤੇ ਪੈਲੇਸਿਸ ਦੇ ਲਈ ਫੇਮਸ ਹੈ. ਓਕੇ, ਸੋ ਹੁਣ ਆਪਾਂ ਗੱਲ ਕਰਦੇ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦੀ. ਓਕੇ, ਜਿਹੜਾ ਇਹ ਟੈਗ ਹੈ ਕਿ ਇਹ ਜਿਹੜੀ ਸਾਈਟ ਆ ਉਹਨੂੰ ਵਰਲਡ ਹੈਰੀਟੇਜ ਸਾਈਟ ਬਣਾਇਆ ਜਾਊਗਾ, ਇਹ ਕੌਣ ਦੱਸਦਾ ਹੈ? ਯੂਨੈਸਕੋ. ਓਕੇ, ਜਿਹੜੇ ਟੈਗਸ ਨੇ ਉਹ ਨੈਚੁਰਲ ਹੈਰੀਟੇਜਸ ਨੂੰ ਵੀ ਦਿੱਤੇ ਜਾਂਦੇ ਆ ਤੇ ਕਲਚਰਲ ਹੈਰੀਟੇਜ ਨੂੰ ਵੀ ਦਿੱਤੇ ਜਾਂਦੇ ਆ, ਜਿਹੜੇ ਕਿ ਵਰਲਡ ਦੇ ਡਿਫਰੈਂਟ ਪਾਰਟਸ ਦੇ ਵਿੱਚ ਫੈਲੇ ਹੋਏ ਨੇ. ਓਕੇ, ਤੇ ਜਿਹੜੇ ਇਹ ਹੈਰੀਟੇਜਸ ਨੇ ਇਹਨਾਂ ਨੂੰ ਇੰਪੋਰਟੈਂਟ ਮੰਨਿਆ ਜਾਂਦਾ ਹੈ ਕਿ ਇਹਨਾਂ ਦੀ ਬਹੁਤ ਜ਼ਿਆਦਾ ਵੈਲਿਊ ਹੈ ਹਿਊਮੈਨਿਟੀ ਦੇ ਲਈ, ਇਸ ਲਈ ਉਹਨਾਂ ਨੂੰ ਵਰਲਡ ਹੈਰੀਟੇਜ ਸਾਈਟ ਡਿਕਲੇਅਰ ਕੀਤੀ ਜਾਂਦੀ ਹੈ. ਓਕੇ, ਦ ਵਰਲਡ ਹੈਰੀਟੇਜ ਸਾਈਟ ਲਿਸਟ ਇਜ਼ ਐਡਮਿਨਿਸਟਰਡ ਬਾਈ ਯੂਨੈਸਕੋ ਵਰਲਡ ਹੈਰੀਟੇਜ ਕਮੇਟੀ. ਦ ਕਮੇਟੀ ਕੰਪਰਾਈਜ਼ਸ ਆਫ 21 ਸਟੇਟ ਪਾਰਟੀਜ਼ ਐਂਡ ਆਰ ਇਲੈਕਟਡ ਬਾਈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ. ਜਿਹੜੀ ਵਰਲਡ ਹੈਰੀਟੇਜ ਸਾਈਟ ਲਿਸਟ ਹੈ ਉਹਨੂੰ ਐਡਮਿਨਿਸਟਰ ਕੌਣ ਕਰਦਾ? ਯੂਨੈਸਕੋ ਵਰਲਡ ਹੈਰੀਟੇਜ ਕਮੇਟੀ. ਜਿਹੜੀ ਕਮੇਟੀ ਹੈ ਉਹਦੇ ਵਿੱਚ 21 ਸਟੇਟ ਪਾਰਟੀਜ਼ ਹੈ ਤੇ ਉਹਨਾਂ ਨੂੰ ਕਿਹਦੇ ਦੁਆਰਾ ਇਲੈਕਟ ਕੀਤਾ ਜਾਂਦਾ? ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਦੁਆਰਾ. ਜਿਹੜਾ ਇਹ ਪ੍ਰੋਗਰਾਮ ਹੈ ਉਹ ਯੂਨੈਸਕੋ ਨੇ 1972 ਦੇ ਵਿੱਚ ਸਟਾਰਟ ਕੀਤਾ ਸੀ ਤੇ 193 ਕੰਟਰੀਜ਼ ਨੇ ਇਹਨੂੰ ਰੈਟੀਫਾਈ ਕਰ ਦਿੱਤਾ ਹੈ ਹਜੇ ਤੱਕ. ਓਕੇ, ਇਨ ਆਰਡਰ ਟੂ ਗੈਟ ਇਨਕਲੂਡਡ ਇਨ ਲਿਸਟ ਦ ਪਲੇਸ ਸ਼ੁਡ ਹੈਵ ਯੂਨੀਕ ਲੈਂਡਮਾਰਕ. ਅਗਰ ਕੋਈ ਪਲੇਸ ਨੇ
वर्ल्ड हैरिटेज साइट बननी है तो ਉਹਦਾ ਇੱਕ यूनिक लैंडमार्क होना चाहिए, ठीक है। दे शुड बी हिस्टोरिकली एंड जियोग्राफिकली इन आइडेंटिफिएबल, मतलब वो जोग्राफिकली ते हिस्टोरिकली ਉਹਨਾਂ ਦੀ ਇੱਕ ਪਹਿਚਾਣ ਹੋਣੀ ਚਾਹੀਦੀ ਹੈ। ओके then सो 8th करंट अफेयर है रिगार्डिंग यूनाइटेड नेशन इन्वेस्टमेंट प्रमोशन अवार्ड। ये ਜਿਹੜਾ अवार्ड है वो किनू मिले, इन्वेस्ट इंडिया ਨੂੰ ਮਿਲਿਆ। ओके ਤੇ ਜਿਹੜਾ अवार्ड है वो कौन ਦਿੰਦਾ ਹੈ, UNCTAD, दैट इज यूनाइटेड नेशन कॉन्फ्रेंस ऑन ट्रेड एंड डेवलपमेंट। ਜਿਹੜਾ अवार्ड है वो रिकॉग्नाइज करता है आउटस्टैंडिंग अचीवमेंट्स ਕਾਦੀਆਂ इन्वेस्टमेंट प्रमोशन एजेंसीज दिया पूरे विश्व दे विच। अराउंड 180 सच एजेंसीज वर शॉर्टलिस्ट फॉर द अवार्ड इन 2020। UNCTAD डील्स विद ट्रेड इन्वेस्टमेंट डेवलपमेंट इशूज। जिहड़ा मेन गोल है ऑर्गेनाइजेशन का वो की है टू मैक्सीमाइज ट्रेड एंड इन्वेस्टमेंट। इट वॉज एस्टैबलिश इन 1964। अगर आप UNCTAD की गल करिए तो ट्रेड इन्वेस्टमेंट ते डेवलपमेंट इशूज नाल डील करता है। इसका मेन गोल की है मैक्सीमाइज करना ट्रेड ते इन्वेस्टमेंट नू। ओके ਇਹਦੀ ਐਸਟੈਬਲਿਸ਼ਮੈਂਟ 1964 ਦੇ ਵਿੱਚ ਕੀਤੀ ਗਈ ਸੀ ਤੇ ਰਿਲੀਜ਼ ਕਰਦੇ ਰਿਪੋਰਟਸ ਕਿਹੜੀ ਟ੍ਰੇਡ ਐਂਡ ਡਿਵੈਲਪਮੈਂਟ ਰਿਪੋਰਟ ਤੇ ਵਰਲਡ ਇਨਵੈਸਟਮੈਂਟ ਰਿਪੋਰਟ। ਦੋ ਰਿਪੋਰਟਸ ਇਹਦੇ ਦੁਆਰਾ ਪਬਲਿਸ਼ ਕੀਤੀਆਂ ਜਾਂਦੀਆਂ ਨੇ, ਯਾਦ ਰੱਖਿਓ। ਓਕੇ ਦੈਨ 9th करंट अफेयर है रिगार्डिंग ह्यूमन डेवलपमेंट रिपोर्ट 2020। सो सब तो पहली गल तो यही कि जी रिपोर्ट है उन्होंने कौन डिक्लेयर करता है या कि द्वारा रिलीज़ की जाती है। सो यूनाइटेड नेशन डेवलपमेंट प्रोग्राम ਦੇ ਦੁਆਰਾ ਜਿਹੜੀ ਹਿਊਮਨ ਡਿਵੈਲਪਮੈਂਟ ਰਿਪੋर्ट है वो पब्लिश की जाती है। ओके रिलीज़ की जाती है, यानी कि अकॉर्डिंग टू रिपोर्ट इंडिया ਜਿਹੜਾ है ਉਹਦਾ रैंक कितना है 131 अमंग 189 कंट्रीज जो कि ह्यूमन डेवलपमेंट इंडेक्स च ने। सो इंडिया का रैंक बहुत इंपॉर्टेंट है, कितना 131। दैन ह्यूमन डेवलपमेंट इंडेक्स ऑफ इंडिया वॉज 0.640। इन 2019 इंडिया जिहड़ा है ਉਹਦਾ रैंक सी 129 ਤੇ ਹੁਣ 131 हो गया। दिस ईयर्स इंडेक्स हैज़ इनकॉपरेटेड न्यू पैरामीटर्स। ਕਿਹੜੇ पैरामीटर्स इस बार नवे हो लिते गए ने, CO2 एमिशन, मटीरियल फुटप्रिंट एंड इंट्रोड्यूस प्लैनेटरी प्रेशर्स एडजस्टेड ह्यूमन डेवलपमेंट इंडेक्स। ओके नॉर्वे, आयरलैंड, स्विट्जरलैंड जिहड़े ने इन्हां दे टॉप 3 रैंक आए ने रिपोर्ट दे विच। सो टॉप ते कौन है, नॉर्वे, दैन आयरलैंड, स्विट्जरलैंड। इंडिया का रैंक है 131 तो जी ये कंट्रीज है तो बाद हांगकॉन्ग, आइसलैंड, जर्मनी का 4th, 5th, 6th रैंक आया। इन्ना इंपॉर्टेंट नहीं है, टॉप का पता होना चाहिए। नॉर्वे तो इंडिया का रैंक है 131। दैन चाइना की गल करिए 85th पोजीशन है, पाकिस्तान का 154th पोजीशन है। ह्यूमन डेवलपमेंट इंडेक्स जिहड़ा है उन्होंने प्रिपेयर किया जाता है बेस्ड ऑन इंडिकेटर्स। किहड़े इंडिकेटर्स है इंपॉर्टेंट होंगे ने, लाइफ एक्सपेक्टेंसी एट बर्थ, दैन political participation of women and maternal mortality rate. According to report, the life expectancy at birth in India was 69.9. Maternal mortality ratio was at 174. अगर आप मैटरनल मोर्टैलिटी रेशो की गल करिए तो की होंगे कि नंबर ऑफ डेथ्स किनिया हुई पर 100,000 लाइव बर्थ्स के विच। ओके द शेयर ऑफ सीट्स इन पार्लियामेंट बाय वुमेन इन इंडिया वॉज 11.6% एज ऑफ 2017। Report says that India spent 3.8% of its GDP on education between 2012 and 17. Literacy rate in India was still at lowest to 74%. It was much lower as compared to G20 countries. The gross enrollment ratio of the primary schooling was 13%. It was 75% for secondary schooling and 27% for tertiary schooling. ये जो डाटा है ना ਇਹਨੂੰ ਇੱਕ ਵਾਰ ਜਸਟ ਦੇਖ ਲਿਓ ਕਿ ਕਿਹਦੇ ਵਿੱਚ ਕੀ ਗੱਲ ਕਹੀ ਗਈ ਹੈ। ਮੇਨ ਤੁਸੀਂ ਇਹਦੇ ਵਿੱਚ 3 ਚੀਜ਼ਾਂ ਯਾਦ ਰੱਖਿਓ। ਸਭ ਤੋਂ ਪਹਿਲੀ ਗੱਲ ਇਹ ਰਿਪੋਰਟ ਨੂੰ ਰਿਲੀਜ਼ ਕੌਣ ਕਰਦਾ ਹੈ, ਸੈਕਿੰਡ ਇੰਡੀਆ ਦਾ ਕਿਹੜਾ ਰੈਂਕ ਹੈ ਤੇ ਥਰਡ ਟੌਪ ਕਿਨੇ ਕੀਤਾ ਹੈ। ਮੇਨ ਚੀਜ਼ਾਂ ਇਹ ਯਾਦ ਰੱਖਿਓ। ਓਕੇ ਤੇ ਥੋੜਾ ਜਿਹਾ ਇੰਡੀਕੇਟਰਸ ਬਾਰੇ ਵੀ ਧਿਆਨ 'ਚ ਰੱਖਿਓ ਕਿ ਇਹ ਜਿਹੜਾ ਇੰਡੈਕਸ ਹੈ ਉਹ ਕਿਹੜੇ ਇੰਡੀਕੇਟਰਸ ਦੇ ਬੇਸਿਸ ਤੇ ਕੱਢਿਆ ਜਾਂਦਾ ਹੈ। ओके सो 10th करंट अफेयर है रिगार्डिंग सक्षम है कि ये ऑफशोर पेट्रोल वेसल ICGS है, दैट इज इंडियन कोस्ट गार्ड शिप। ओके तो न्यूज़ क्यों है, बिकॉज गोवा शिपयार्ड लिमिटेड ने रीसेंटली लॉन्च किया है सक्षम नू। इट इज़ टू बी कमीशन बाय अक्टूबर 2021 तक इनू कमीशन किया जाऊगा। ਜਿਹੜੇ ਪੈਟਰੋਲ ਵੈਸਲਸ है ਉਹਨੂੰ 30 mm ਗਨਸ ਨਾਲ ਆਰਮ ਕੀਤਾ ਗਿਆ ਹੈ। ਇਹਦਾ weight ਕਿੰਨਾ 2350 tons। The hull of these vessels is designed to provide high fuel efficiency, sea keeping qualities and crew comfort. They are equipped to handle emergencies. The OPVs are to be equipped with quick response boats for anti-piracy and rescue operation. ICGS Saksham was constructed under the indigenous offshore petrol project ਦੇ ਤਹਿਤ ਇਹਨੂੰ ਬਣਾਇਆ ਗਿਆ।
these ICGs are to be deployed in protecting the exclusive economic zone of India। ਤੇ ਜਿਹੜੇ ICGs ਆ ਉਹਨਾਂ ਨੂੰ ਡਿਪਲੋਏ ਕੀਤਾ ਗਿਆ ਹੈ ਕਿ ਉਹ ਇੰਡੀਆ ਦੇ ਐਕਸਕਲੂਸਿਵ ਇਕਨੋਮਿਕ ਜ਼ੋਨ ਦੀ ਪ੍ਰੋਟੈਕਸ਼ਨ ਕਰ ਸਕਣ। ਓਕੇ, ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ 10 ਕਰੰਟ ਅਫੇਅਰਸ ਡਿਸਕਸ ਕੀਤੇ। ਬਾਕੀ ਦੇ ਜਿਹੜੇ ਇੰਪੋਰਟੈਂਟ ਹੋਰ ਕਰੰਟ ਅਫੇਅਰ ਹੈ ਦਸੰਬਰ ਦੇ ਉਹ ਆਉਣ ਵਾਲੇ ਪਾਰਟ 'ਚ ਡਿਸਕਸ ਕੀਤੇ ਜਾਣਗੇ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਅੱਜ ਲਈ ਇੰਨਾ ਹੀ। ਥੈਂਕ ਯੂ ਸੋ ਮਚ।